ऑल इंडिया रंगरेटा दल ਦੇ ਉਪਰਾਲੇ ਨਾਲ ਔਰ ਮੇਰੀਆਂ ਐਫਰਟਸ ਦੇ ਨਾਲ ਅਸੀਂ ਰਾਹੁਲ ਗਾਂਧੀ ਜੀ ਨੂੰ ਕਨਵਿੰਸ ਕੀਤਾ। ਰਿਜ਼ਰਵੇਸ਼ਨ ਬਚਾਉਣ ਲਈ ਪੰਜਾਬ ਭਰ ਵਿੱਚ ਕਰਾਂਗੇ ਪ੍ਰਦਰਸ਼ਨ। ਕੁਝ ਐਸੇ ਇੰਟਰਸਟਿਡ ਲੋਕ ਹੈਗੇ ਨੇ ਜਿਨ੍ਹਾਂ ਨੇ ਇਸ ਰਿਜ਼ਰਵੇਸ਼ਨ ਨੂੰ ਅਸੀਂ ਆਪਣਾ ਰੋਸ਼ ਪ੍ਰਦਰਸ਼ਨ ਸਿਰਫ ਇੱਕ ਸੀਟ ਵਾਸਤੇ ਨਹੀਂ ਕਰ ਰਹੇ ਹਾਂ। ਅਸੀਂ ਇਸ ਲਈ ਨਹੀਂ ਰੋਸ਼ ਪ੍ਰਦਰਸ਼ਨ ਕਰ ਰਹੇ ਕਿ ਜੀ ਸਾਨੂੰ ਇੱਕ ਸੀਟ ਨਹੀਂ ਮਿਲੀ। ਬੀਤੇ ਕੱਲ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਬੇਟੀ ਐਡਵੋਕੇਟ ਗੁਰਕਿਰਤ ਕੌਰ ਵੱਲੋਂ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕੀਤੇ ਗਏ। ਕਿਸੇ ਵਿਸ਼ੇਸ਼ ਵਿਅਕਤੀ ਦਾ ਨਾਂ ਲਏ ਤੋਂ ਬਗੈਰ ਉਹਨਾਂ ਵੱਲੋਂ ਰਿਜ਼ਰਵੇਸ਼ਨ ਦੇ ਘੁਟਾਲੇ ਦੀ ਗੱਲ ਕਹੀ ਗਈ। ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਹੋਰ ਕੀ ਖੁਲਾਸੇ ਕੀਤੇ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਗੁਰਕਿਰਤ ਕੌਰ ਐਡਵੋਕੇਟ ਹੈਗਾ। ਮੈਂ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਬੇਟੀ ਹਾਂ ਔਰ ਮੈਂ ਕਾਂਗਰਸ ਪਾਰਟੀ ਦੀ ਵਰਕਰ ਹਾਂ, ਜਿਹੜੀ ਕਿ 1 ਸਾਲ ਤੋਂ ਪਿਛਲੇ ਸਾਲ ਤੋਂ ਮੇਰੇ ਪਿਤਾ ਜੀ ਜਦੋਂ ਉਹਨਾਂ ਦਾ 2 ਜਨਵਰੀ 2021 ਵਿੱਚ ਦੇਹਾਂਤ ਹੋ ਗਿਆ ਸੀਗਾ, ਪਾਰਟੀ ਨੇ ਮੈਨੂੰ ਬੁਲਾ ਕੇ ਹਾਈ ਕਮਾਂਡ ਨੇ ਮੈਨੂੰ ਭੇਜਿਆ ਸੀ ਵੀ ਤੁਸੀਂ ਪੰਜਾਬ ਵਿੱਚ ਜਾਓ, ਕਿਉਂਕਿ ਮੇਰੇ ਪਿਤਾ ਜੀ ਦਾ ਬਹੁਤ ਸਾਰਾ ਯੋਗਦਾਨ, ਬਹੁਤ ਸਾਰਾ ਕੰਮ ਪੰਜਾਬ ਵਾਸਤੇ ਕੀਤਾ ਗਿਆ। ਪੰਜਾਬ ਦੀ ਸਿਆਸਤ ਵਿੱਚ ਉਹਨਾਂ ਨੂੰ ਬਹੁਤ ਦਿਲਚਸਪੀ ਰਹਿੰਦੀ ਸੀਗੀ ਔਰ ਪੰਜਾਬ ਦੀ ਸੇਵਾ ਹਮੇਸ਼ਾ ਕਰਦੇ ਰਹੇ ਨੇ। ਇਸੇ ਦੇ ਮੱਦੇਨਜ਼ਰ ਕਿਉਂਕਿ ਮੇਰੇ ਭਾਈਚਾਰਾ ਇੱਥੇ ਸਭ ਤੋਂ ਜ਼ਿਆਦਾ ਸੰਖਿਆ ਵਿੱਚ ਹੈ, ਮੈਂ ਮਾਲਵੀ ਮਜਬੀ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੀ ਹਾਂ, ਅਤੇ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਤੁਹਾਡੀ ਕੌਮ ਵਾਸਤੇ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਇੱਕ ਅੱਛੀ ਲੀਡਰਸ਼ਿਪ ਮਿਲੇ ਮੇਰੇ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ। ਇਸ ਕਰਕੇ ਉਹਨਾਂ ਨੇ ਮੈਨੂੰ ਜਗਰਾਉਂ ਵਾਸਤੇ ਸੀਟ ਤਿਆਰ ਕਰਕੇ ਔਰ ਪਾਰਟੀ ਦੀ ਝੋਲੀ 'ਚ ਪਾਉਣ ਵਾਸਤੇ ਭੇਜਿਆ ਸੀਗਾ। ਦੇਖਿਆ ਜਾ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਬੈਂਚ ਬਿਠਾਈ ਜਾ ਰਹੀ ਹੈ। ਚੰਨੀ ਸਾਹਿਬ ਨੇ ਬਲੀ ਸੀਐਮ ਬਣਾਇਆ ਗਿਆ। ਇੱਕ ਨਾਰਥ ਇੰਡੀਆ ਵਿੱਚ ਇੱਕ ਪਹਿਲੇ ਸੀਐਮ ਨੇ ਜਿਹੜੇ ਚੰਨੀ ਜੀ ਬਣਾਇਆ ਗਿਆ, ਕੀ ਦੇਖਦੇ? ਦੇਖਿਏ, ਨਾਰਥ ਇੰਡੀਆ ਵਿੱਚ ਪਹਿਲੇ ਸੀਐਮ ਚੰਨੀ ਸਾਹਿਬ ਨਹੀਂ ਹੈਗੇ, ਪਹਿਲੇ ਸੀਐਮ ਮਾਇਆਵਤੀ ਜੀ ਵੀ ਰਹੇ ਹੋਏ ਨੇ। ਪਰ ਹਾਂ, ਪੰਜਾਬ ਦੇ ਵਾਸਤੇ ਇਹ ਬਹੁਤ ਵੱਡੀ ਗੱਲ ਸੀਗੀ ਕਿ ਸਾਨੂੰ ਇੱਕ ਭਾਈਚਾਰੇ ਦਾ ਸੀਐਮ ਮਿਲ ਰਿਹਾ ਸੀਗਾ। ਆਲ ਇੰਡੀਆ ਰੰਗਰੇਟਾ ਦਲ ਦੇ ਉਪਰਾਲੇ ਤੋਂ ਹੀ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀਗੀ, ਅਸੀਂ ਉਹਨਾਂ ਦੀ ਮੌਜੂਦਾ ਸਰਕਾਰ ਵਿੱਚ ਅਸੀਂ ਜਾ ਕੇ ਆਪਣਾ ਇੱਕ ਮੰਗ ਪੱਤਰ ਦਿੱਤਾ ਸੀਗਾ ਕਿ ਸਾਨੂੰ ਇੱਥੇ ਆਪਣੇ ਭਾਈਚਾਰੇ ਦਾ ਸੀਐਮ ਚਾਹੀਦਾ ਹੈ। ਔਰ ਉਸੇ ਵੇਲੇ ਮੈਂ ਇਹ ਮੰਗ ਪੱਤਰ ਲੈ ਕੇ ਰਾਹੁਲ ਗਾਂਧੀ ਜੀ ਨੂੰ ਵੀ ਇਸ ਮੰਗ ਪੱਤਰ ਦੇ ਬਾਰੇ ਦੱਸਿਆ ਸੀਗਾ ਔਰ ਮੈਂ ਉਹਨਾਂ ਨੂੰ ਕਿਹਾ ਸੀ ਜਦੋਂ ਤੁਹਾਡੇ ਕੋਲ ਕੋਈ ਡਿਸੀਜਨ ਮੇਕਿੰਗ ਦਾ ਮੌਕਾ ਆਉਂਦਾ ਹੈਗਾ, ਤੁਸੀਂ ਇੱਥੇ ਸੀਐਮ ਬਦਲਣਾ ਚਾਹ ਰਹੇ ਹੋ, ਤੁਸੀਂ ਬਦਲਣ ਜਾ ਰਹੇ ਹੈਗੇ ਹੋ, ਅਤੇ ਤੁਸੀਂ ਸਾਡੇ ਭਾਈਚਾਰੇ ਨੂੰ ਇਹਦੀ ਰਿਪਰੈਜ਼ੈਂਟੇਸ਼ਨ ਦਿਓ। ਉਸ ਵੇਲੇ ਮੇਰੀ ਗੱਲ ਸੁਣੀ ਗਈ। ਉਸ ਵੇਲੇ ਕਿਤੇ ਵੀ ਆਪ ਸਭ ਜਾਣਦੇ ਹੋ ਉਹਨਾਂ ਹਾਲਾਤਾਂ ਵਿੱਚ ਕੋਈ ਡਿਸੀਜਨ ਇਹ ਨਹੀਂ ਸੀਗਾ ਕਿ ਦਲਿਤ ਭਾਈਚਾਰੇ ਦਾ ਸੀਐਮ ਲਾਣਾ। ਸਾਰੀਆਂ ਪਾਰਟੀਆਂ ਕੋਈ ਐਲਾਨ ਕਰ ਰਹੀਆਂ ਸੀ, ਕੋਈ ਕਹਿੰਦਾ ਸੀ ਅਸੀਂ ਡਿਪਟੀ ਸੀਐਮ ਲਾ ਦਾਂਗੇ, ਕੋਈ ਕਹਿੰਦਾ ਸੀ ਜੀ ਅਸੀਂ ਇਹਨਾਂ ਨੂੰ ਤਵੱਜੋ ਦਾਂਗੇ। ਪਰ ਉਸ ਸਮੇਂ ਇਹ ਜਿਹੜਾ ਡਿਸੀਜਨ ਸੀਗਾ ਆਲ ਇੰਡੀਆ ਰੰਗਰੇਟਾ ਦਲ ਦੇ ਉਪਰਾਲੇ ਨਾਲ ਔਰ ਮੇਰੀਆਂ ਐਫਰਟਸ ਦੇ ਨਾਲ ਅਸੀਂ ਰਾਹੁਲ ਗਾਂਧੀ ਜੀ ਨੂੰ ਕਨਵਿੰਸ ਕੀਤਾ ਕਿ ਨਹੀਂ, ਪੰਜਾਬ ਨੂੰ ਇੱਕ ਦਲਿਤ ਚਿਹਰਾ ਮਿਲਣਾ ਚਾਹੀਦਾ ਹੈ, ਸਾਡੇ ਭਾਈਚਾਰੇ ਤੋਂ ਇੱਕ ਚਿਹਰਾ ਮਿਲਣਾ ਚਾਹੀਦਾ ਹੈ। ਔਰ ਅਸੀਂ ਬੜੀਆਂ ਮੁਸ਼ਕਿਲਾਂ ਨਾਲ, ਬੜੀਆਂ ਕੋਸ਼ਿਸ਼ਾਂ ਦੇ ਨਾਲ ਆਪਣੇ ਪੰਜਾਬ ਨੂੰ ਅਸੀਂ ਆਪਣੇ ਭਾਈਚਾਰੇ ਦਾ ਸੀਐਮ ਦਿੱਤਾ ਸੀਗਾ। ਪਰ ਅਫਸੋਸ ਦੀ ਗੱਲ ਸਾਡੇ ਵਾਸਤੇ ਅੱਜ ਇਹ ਹੈ ਕਿ ਅੱਜ ਸਾਨੂੰ ਇਹ ਪਤਾ ਚੱਲ ਰਿਹਾ ਕਿ ਇੱਕ ਬਹੁਤ ਵੱਡਾ ਛੱਡਯੰਤਰ ਰਚਿਆ ਜਾ ਰਿਹਾ ਹੈ, ਜਿਹੜਾ ਰਿਜ਼ਰਵੇਸ਼ਨ ਦੇ ਉੱਤੇ ਬਹੁਤ ਵੱਡਾ ਹਮਲਾ ਕਰਨ ਜਾ ਰਹੇ ਨੇ। ਕੁਝ ਐਸੇ ਇੰਟਰਸਟਿਡ ਲੋਕ ਹੈਗੇ ਨੇ ਜਿਨ੍ਹਾਂ ਨੇ ਇਸ ਰਿਜ਼ਰਵੇਸ਼ਨ ਨੂੰ ਜਾਣ ਕੇ ਬੁੱਝ ਕੇ ਇਹਦੇ ਨੂੰ ਚੇਂਜ ਕਰਨ ਦੀ ਹਿੰਮਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਸੁਪਰੀਮ ਕੋਰਟ ਦੀ ਵਕੀਲ ਹਾਂ ਔਰ ਮੈਂ ਕਾਫੀ ਸਾਲ ਤੋਂ ਸੁਪਰੀਮ ਕੋਰਟ 'ਚ ਪ੍ਰੈਕਟਿਸ ਕਰ ਰਹੀ ਹਾਂ। ਆਲਮੋਸਟ 20 ਸਾਲ ਹੋ ਚੱਲੇ ਮੈਨੂੰ ਸੁਪਰੀਮ ਕੋਰਟ 'ਚ ਪ੍ਰੈਕਟਿਸ ਕਰਦੇ ਹੋਏ। ਆਲ ਓਵਰ ਪੰਜਾਬ ਦੇ ਵਿੱਚ ਅਸੀਂ ਇਹਦਾ ਐਜੀਟੇਸ਼ਨ ਚਲਾਵਾਂਗੇ। ਬਹੁਤ ਸਾਰੀਆਂ ਧੜੇਬੰਦੀਆਂ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਕਿ ਇਸ ਮੁੱਦੇ ਨੂੰ ਬਹੁਤ ਕਰੀਬੀ ਤੋਂ, ਬਹੁਤ ਨੇੜੇ ਤੋਂ ਦੇਖ ਰਹੀਆਂ ਸੀਗੀਆਂ ਔਰ ਉਹਨਾਂ ਨੂੰ ਇਸ ਦੀ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੈਗੀ ਇਸ ਮੁੱਦੇ ਬਾਰੇ, ਉਹਨਾਂ ਸਾਰਿਆਂ ਨੂੰ ਅਸੀਂ ਇਕੱਠਾ ਕਰਾਂਗੇ। ਅਸੀਂ ਆਪਣਾ ਰੋਸ਼ ਪ੍ਰਦਰਸ਼ਨ ਸਿਰਫ ਇੱਕ ਸੀਟ ਵਾਸਤੇ ਨਹੀਂ ਕਰ ਰਹੇ ਹਾਂ। ਅਸੀਂ ਇਸ ਲਈ ਨਹੀਂ ਰੋਸ਼ ਪ੍ਰਦਰਸ਼ਨ ਕਰ ਰਹੇ ਕਿ ਜੀ ਸਾਨੂੰ ਇੱਕ ਸੀਟ ਨਹੀਂ ਮਿਲੀ। ਸੀਟਾਂ ਦਾ ਸਾਡੇ ਪਰਿਵਾਰ ਨੂੰ ਕਦੀ ਵੀ ਕੋਈ ਲਾਲਚ ਨਹੀਂ ਰਿਹਾ ਹੈਗਾ। ਉੱਚੀਆਂ ਤੋਂ ਉੱਚੀਆਂ ਪਦਵੀਆਂ 'ਤੇ, ਅਹੁਦਿਆਂ 'ਤੇ ਮੇਰੇ ਭਾਈ ਸਾਹਿਬ ਵੀ ਔਰ ਮੇਰੇ ਪਿਤਾ ਜੀ ਵੀ ਸਭ ਅਸੀਂ ਬਹੁਤ ਸਾਰਾ ਪੋਲੀਟੀਕਲ ਜਿਹੜੀ ਲਾਈਫ ਹੈ ਉਹ ਦੇਖੀ ਹੋਈ ਹੈ। ਪਰ ਸਾਡੀ ਜਿਹੜੀ ਮੁੱਦਾ ਹੈ, ਸਾਡਾ ਜਿਹੜੇ ਲੜਾਈ ਹੈ ਉਹ ਰਿਜ਼ਰਵੇਸ਼ਨ ਦੀ ਲੜਾਈ ਹੈ ਔਰ ਉਹਨੂੰ ਲੜਨ ਵਾਸਤੇ ਅਸੀਂ ਪੂਰੇ ਪੰਜਾਬ ਵਿੱਚ, ਜਿਵੇਂ ਹੁਣ ਤੁਸੀਂ ਦੇਖਿਆ ਕਿ ਕਿਸਾਨੀ ਮੋਰਚਿਆਂ ਵਿੱਚ ਪੂਰਾ ਪੰਜਾਬ ਇੱਕ ਹੋ ਗਿਆ ਸੀਗਾ, ਪੂਰਾ ਹਿੰਦੁਸਤਾਨ ਉਹਨਾਂ ਨਾਲ ਇੱਕ ਹੋ ਗਿਆ ਸੀਗਾ, ਇਸੇ ਤਰੀਕੇ ਨਾਲ ਇਸੇ ਪੱਧਰ 'ਤੇ ਅਸੀਂ ਪੂਰੇ ਪੰਜਾਬ ਵਿੱਚ ਆਪਣੀ ਰਿਜ਼ਰਵੇਸ਼ਨ ਨੂੰ ਬਚਾਉਣ ਵਾਸਤੇ ਇੱਕ ਮੁਹਿੰਮ ਚਲਾਵਾਂਗੇ। ਜਗਰਾਉਂ ਸੀਟ ਨੂੰ ਲੈ ਕੇ ਆਜ਼ਾਦ ਵੀ ਲੜਨ ਦੀ ਤਿਆਰੀ ਹੈ? ਨਹੀਂ, ਜਗਰਾਉਂ ਸੀਟ ਨੂੰ ਲੈ ਕੇ ਮੇਰੀ ਕੋਈ ਆਜ਼ਾਦ ਲੜਨ ਦੀ ਤਿਆਰੀ ਨਹੀਂ ਹੈ, ਕਿਉਂਕਿ ਮੇਰੀ ਕੋਈ ਫੋਕਸ ਪੋਲੀਟੀਕਲ ਲਾਈਫ ਵਿੱਚ ਐਂਟਰ ਕਰਨ ਦੀ ਨਹੀਂ ਸੀਗੀ। ਉਹ ਤਾਂ ਮੇਰੀ ਜਨਮ ਤੋਂ ਹੈਗੀ, ਮੈਂ ਤਾਂ ਜੰਮੀ ਪੋਲੀਟੀਕਲ ਫੈਮਿਲੀ 'ਚ ਹਾਂ, ਮੇਰੀ ਤਾਂ ਹੈ ਹੀ ਪੋਲੀਟੀਕਲ ਲਾਈਫ। ਸੋ ਇਸ ਲਈ ਮੈਨੂੰ ਪੋਲੀਟਿਕਸ ਕਰਨ ਵਾਸਤੇ ਕੋਈ ਇੱਕ ਐਮਐਲਏ ਦੀ ਟਿਕਟ ਦੀ ਲੋੜ ਨਹੀਂ ਹੈਗੀ। ਮੈਨੂੰ ਜਿਹੜਾ ਪੋਲੀਟਿਕਸ ਹੈ ਉਹ ਸੋਸ਼ਲ ਸਰਵਿਸ ਦਿਖਦਾ ਹੈ, ਉਹ ਕੋਈ ਮੈਨੂੰ ਪਾਵਰ ਹੰਗਰੀ ਪੋਲੀਟੀਸ਼ੀਅਨ ਬਣਨ ਦੀ ਲੋੜ ਨਹੀਂ ਹੈਗੀ। ਇਸ ਕਰਕੇ ਮੇਰੀ ਪੋਲੀਟਿਕਸ ਜਿਹੜੀ ਹੈ ਉਹ ਸਿਰਫ ਰਿਜ਼ਰਵੇਸ਼ਨ ਨੂੰ ਬਚਾਉਣ ਵਾਸਤੇ ਹੈ, ਕੋਈ ਟਿਕਟ ਦੇ ਉੱਤੇ ਕੋਈ ਇਲੈਕਸ਼ਨ ਲੜਨ ਦੀ ਨਹੀਂ ਹੈ। ਹਾਈ ਕਮਾਂਡ ਤੁਹਾਡੀ ਗੱਲ ਸਾਰੀ ਸੁਣੂ
ਹਾਈ ਕਮਾਂਡ ਬਿਲਕੁਲ ਸਾਡੀ ਗੱਲ ਸੁਣ ਰਹੀ ਹੈ। ਹਾਈ ਕਮਾਂਡ ਨੇ ਪੂਰਾ ਸਾਨੂੰ ਸਹਿਯੋਗ ਦਿੱਤਾ। ਹਾਈ ਕਮਾਂਡ ਨੂੰ ਜਦੋਂ ਇਸ ਖੁਲਾਸੇ ਦਾ ਪਤਾ ਚੱਲਿਆ, ਜਦੋਂ ਹਾਈ ਕਮਾਂਡ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਕਿੰਨਾ ਵੱਡਾ ਛੜਯੰਤਰ ਹੈ ਜਿਹੜਾ ਰਿਜ਼ਰਵੇਸ਼ਨ ਦੇ ਨਾਲ ਧੱਕਾ ਕਰਨ ਜਾ ਰਹੇ ਨੇ, ਉਹਨਾਂ ਨੇ ਉਸੇ ਵੇਲੇ ਮੀਟਿੰਗ ਕਾਲ ਕੀਤੀ ਔਰ ਉਹਨਾਂ ਨੇ ਮੈਨੂੰ ਦਿੱਲੀ ਬੁਲਾਇਆ ਔਰ ਮੈਂ ਆਪਣੀ ਸਾਰੀ ਤਿਆਰੀ ਕਰਕੇ ਦਿੱਲੀ ਜਾ ਕੇ, ਤੁਹਾਡੀ ਨਾ ਜਿਹੜੀ ਗੱਲ ਹੈਗੀ ਹੈ ਜੇ ਨਾ ਪੂਰੀ ਫਿਰ ਜੇ ਮੰਗ ਪੂਰੀ ਨਹੀਂ ਹੋਈ ਔਰ ਮੰਗ ਪੂਰੀ ਹੋਣ ਤੋਂ ਪਹਿਲਾਂ ਵੀ ਅਸੀਂ ਆਪਣੇ ਸਾਰੇ ਧੜੇਬੰਦੀਆਂ ਨੂੰ ਇੱਥੇ ਬੁਲਾ ਲਿਆ ਔਰ ਉਹਨਾਂ ਨੂੰ ਕਹਿਤਾ ਕਿ ਉਹ ਸੰਘਰਸ਼ ਕਰਨ ਵਾਸਤੇ ਤਿਆਰ ਹੋ ਜਾਣ। ਪੂਰੇ ਪੰਜਾਬ ਵਿੱਚ ਅਸੀਂ ਬਹੁਤ ਛੇਤੀ ਹੀ ਆਪਣੇ ਸੰਘਰਸ਼ ਦਾ ਤੁਹਾਡੇ ਸਾਹਮਣੇ ਇੱਕ ਮੁਜ਼ਾਹਰਾ ਦਿਖਾਵਾਂਗੇ। ਕਾਂਗਰਸ ਪਾਰਟੀ ਦੀ ਮਦਦ ਕਰੋਗੇ? ਜੇ ਕਾਂਗਰਸ ਪਾਰਟੀ ਸਾਡੀ ਸੁਣੇਗੀ, ਜੇ ਹਾਈ ਕਮਾਂਡ ਸਾਡੇ ਇਸ ਰਿਜ਼ਰਵੇਸ਼ਨ ਦੇ ਮੁੱਦੇ ਨੂੰ ਸੁਣੇਗੀ, ਜੇ ਕਾਂਗਰਸ ਪਾਰਟੀ ਇਸ ਰਿਜ਼ਰਵੇਸ਼ਨ ਦੇ ਮੁੱਦੇ ਦੇ ਨਾਲ ਛੇੜਖਾਨ ਕਰਨ ਤੋਂ ਬਚੇਗੀ ਤੇ ਅਸੀਂ ਕਾਂਗਰਸ ਦੇ ਨਾਲ ਹਾਂ। ਨਹੀਂ ਤਾਂ ਫਿਰ ਸਾਡਾ ਜਿਹੜਾ ਵੀ ਫੈਸਲਾ ਹੈਗਾ ਉਹ ਕੌਮ ਦਾ ਫੈਸਲਾ ਹੋਏਗਾ ਔਰ ਅਸੀਂ ਉਹਦੇ ਨਾਲ ਹੋਵਾਂਗੇ। ਮੈਂ ਬਹੁਤ ਛੇਤੀ ਹੀ ਦਿੱਲੀ ਵਾਪਸ ਜਾ ਰਹੀ ਹਾਂ। ਕੱਲ ਪਰਸੋਂ ਤੱਕ ਮੈਂ ਦਿੱਲੀ ਪਹੁੰਚ ਕੇ ਮੇਰਾ ਸਮੇਂ। ਪੱਤਰਕਾਰ ਰਾਜੇਸ਼ ਜੈਨ ਅਤੇ ਭਗਵਾਨ ਸਿੰਘ ਭੰਗੂ ਦੇ ਨਾਲ ਕੈਮਰਾਮੈਨ ਮੋਹਿਤ ਜੈਨ ਦੀ ਰਿਪੋਰਟ। ਦੇਸ਼ ਭਰ ਦੀਆਂ ਸੱਚੀਆਂ ਖਬਰਾਂ ਨਿਰਪੱਖਤਾ ਸਹਿਤ ਸਭ ਤੋਂ ਪਹਿਲਾਂ ਦੇਖਣ ਲਈ YouTube ਚੈਨਲ ਡੇਲੀ ਜਗਰਾਉਂ ਨਿਊਜ਼ ਸਬਸਕ੍ਰਾਈਬ ਕਰੋ। Facebook ਉਪਭੋਗਤਾ ਸਾਡੇ Facebook ਪੇਜ ਅਤੇ ਗਰੁੱਪ ਡੇਲੀ ਜਗਰਾਉਂ ਨਿਊਜ਼ ਨੂੰ ਲਾਈਕ ਅਤੇ ਸ਼ੇਅਰ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨੰਬਰ 98723 27899 ਤੇ ਜਾਂ ਸਾਡੀ ਈਮੇਲ ਆਈਡੀ saggureporter@gmail.com ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ।